अस्सलाम वालेकुम वरहमतुल्लाहि वबरकातुहू। यकीन करो अज ਇਹ ਵੀਡੀਓ ਬਣਾਉਣ ਲੱਗਿਆਂ ਇੰਨਾ ਕੁ ਦਿਲ ਦੁਖਿਆ ਹੈ, ਇੰਨਾ ਕੁ ਕਿ ਬਿਆਨ ਤੋਂ ਬਾਹਰ ਹੈ। ਇਹ ਬੱਚਾ ਵਲੀ ਮੁਹੰਮਦ ਜਿਹਦੀ ਉਮਰ 6 ਸਾਲ ਹੈ ਤੇ ਇਹਦੇ ਨਾਲ ਜ਼ਿਆਦਤੀ ਕਰਕੇ ਤੇ ਇਹਦਾ ਗਲਾ ਘੁੱਟ ਕੇ ਤੇ ਇਸ ਦਰਿੰਦੇ ਨੇ ਤੇ ਇਨਸਾਨ ਕਹਿਣਾ ਤੋਹੀਨ ਹੈ। ਅੱਲਾਹ ਤਾਲਾ ਨੇ ਤੇ ਇਹਨੂੰ ਇਨਸਾਨ ਬਣਾਇਆ ਸੀ, ਲੇਕਿਨ ਇਹਦੀਆਂ ਹਰਕਤਾਂ ਕਰਤੂਤਾਂ ਇਨਸਾਨਾਂ ਵਾਲੀਆਂ ਨੇ। ਇੰਨਾ ਕੁ ਮੇਰਾ ਦਿਲ ਦੁਖਿਆ ਜਦੋਂ ਮੈਂ ਇਹਦੀ ਵੀਡੀਓ ਵੇਖੀ ਕਿ ਪਹਿਲੇ ਉਹਦੇ ਨਾਲ ਜ਼ਿਆਦਤੀ ਕੀਤੀ, ਫਿਰ ਉਹਨੂੰ ਮਾਰਿਆ, ਫਿਰ ਉਹਦੇ ਨਾਲ ਜ਼ਿਆਦਤੀ ਕੀਤੀ, ਫਿਰ ਉਹਦੀ ਲਾਸ਼ 2 ਦਿਨ ਆਪਣੇ ਘਰ ਅਲਮਾਰੀ 'ਚ ਬੰਦ ਰੱਖੀ, ਫਿਰ ਉਹਨੂੰ ਡਰ ਦੇ ਨਾਲ ਜਿਹੜਾ ਵੇ ਉਹਨਾਂ ਦੇ ਨਾਲ ਹੀ ਵਿੱਚ ਫਿਰਦਾ ਰਿਹਾ। ਵੇਖੋ ਇਹ ਦਰਿੰਦੇ ਦੀ ਬਹਾਦਰੀ ਕਿ ਉਹਨਾਂ ਦੇ ਨਾਲ ਮਿਲ ਕੇ ਤੇ ਲੱਭਦਾ ਰਿਹਾ। ਇਹ ਉਹੀ ਜ਼ੈਨਬ ਕੇਸ ਵਾਲਾ ਵਾਕਿਆ ਫਿਰ ਦੁਬਾਰਾ ਰਿਪੀਟ ਹੋਇਆ। ਇਹ ਕਿੰਨੇ ਵਾਕਿਆ ਰਿਪੀਟ ਹੋਣਦੇ ਨੇ, ਇਹ ਕਦੀ ਨੋਟ ਕੀਤਾ ਜੇ? ਆਏ ਦਿਨ ਕਦੀ 6 ਸਾਲਾ ਬੱਚੀ ਨਾਲ, ਕਦੀ 10 ਸਾਲਾ ਬੱਚੀ ਨਾਲ, ਕਦੀ ਬੱਚੇ ਨਾਲ, ਕਦੀ ਬੱਚੀ ਨਾਲ ਜ਼ਿਆਦਤੀਆਂ ਹੋਣਦੀਆਂ ਨੇ। ਇਹ ਕਦੋਂ ਤੱਕ ਇਹ ਮਾਮਲੇ ਚੱਲਦੇ ਰਹਿਣਗੇ? ਇਹ ਕਿਉਂ ਨਹੀਂ ਇਹਨਾਂ ਦੇ ਉੱਤੇ ਐਕਸ਼ਨ ਲਿੱਤਾ ਜਾਣ ਦਿਆ? ਇਹਨਾਂ ਦੇ ਉੱਤੇ ਐਕਸ਼ਨ ਇਸ ਤਰ੍ਹਾਂ ਲਵੋ ਜਿਵੇਂ ਕਿ ਐਕਸ਼ਨ ਲੈਣ ਦਾ ਹੱਕ ਹੈ। ਇਹ ਵਕਤ ਦੇ ਹਾਕਮਾਂ ਦੀ ਪਕੜ ਹੋਣੀ ਹੈ। ਉਹਨਾਂ ਦੇ ਦੌਰ ਦੇ ਵਿੱਚ ਇਹਨਾਂ ਮਜ਼ਲੂਮ ਬੱਚਿਆਂ ਦੇ ਨਾਲ ਇੰਨੀ ਜ਼ਿਆਦਤੀ ਕਿ ਇਹ ਹਲੇ ਫੁੱਲ ਨੇ, ਕਲੀਆਂ ਨੇ ਨਿੱਕੀਆਂ ਨਿੱਕੀਆਂ, ਜਿਨ੍ਹਾਂ ਨੂੰ ਜਵਾਨ ਹੋਣ ਤੋਂ ਪਹਿਲੇ ਮਸਲ ਦਿੱਤਾ ਜਾਂਦਾ ਹੈ। ਇਹਨਾਂ ਦਾ ਕੀ ਕਸੂਰ ਹੈ? ਦੁਨੀਆ 'ਤੇ ਆਉਣ ਦਾ ਇਹਨਾਂ ਦਾ ਕੀ ਕਸੂਰ ਹੈ? ਨਾ ਹੁਣ ਅੱਜ ਕਿਸੇ ਦੀ ਬੱਚੀ ਮਹਿਫੂਜ਼ ਹੈ, ਨਾ ਕਿਸੇ ਦਾ ਬੱਚਾ ਮਹਿਫੂਜ਼ ਹੈ। ਇਹ ਪਿਛਲੇ ਦਿਨਾਂ 'ਚ ਮੈਂ ਇੱਕ ਵੀਡੀਓ ਪਾਈ ਸੀ, ਜਿਹੜੀ ਬੱਚੀ ਦੇ ਨਾਲ ਜ਼ਿਆਦਤੀ ਕੀਤੀ ਗਈ ਸੀ, ਜੋ ਚੀਜ਼ ਲੈਣ ਗਈ ਹੈ ਅਤੇ ਉੱਥੇ ਦੁਕਾਨਦਾਰ ਨੇ ਫੜ ਕੇ ਉਹਦੇ ਨਾਲ ਜ਼ਿਆਦਤੀ ਕਰ ਛੱਡੀ। ਇਸ ਬੱਚੇ ਨੂੰ ਇਹ ਬੱਚਾ ਜਿਹੜਾ ਵੇ ਇਹਨੂੰ ਚਾਚਾ ਆਖਦਾ ਸੀ ਕਿ ਇਹ ਮੇਰਾ ਚਾਚਾ ਹੈ। ਮੁਹੱਲੇ 'ਚ ਰਹਿਣ ਵਾਲੇ ਧੀਆਂ ਭੈਣਾਂ ਵਾਂਗੂ ਸਮਝਦੇ ਨੇ, ਆਪਣੀਆਂ ਬੱਚੀਆਂ ਵਾਂਗੂ ਸਮਝਦੇ ਨੇ। ਅਤੇ ਐਡਾ ਬੇਗੈਰਤ ਇਨਸਾਨ, ਐਡਾ ਕੁੱਤੇ ਦੀ ਕਿਸੇ ਨਸਲ ਦਾ ਇਨਸਾਨ, ਕੁੱਤੇ ਵਰਗੀ ਸਿਫਤ ਇਹਦੀ, ਇਨਸਾਨ ਦੀ ਤੋਹੀਨ ਹੈ ਕਿ ਉਹਨੂੰ ਇਹ ਅਲਫਾਜ਼ ਕਹੇ ਜਾਣ, ਲੇਕਿਨ ਇਹ ਤਾਂ ਉਹ ਵੀ ਨਹੀਂ ਹੈਗਾ। ਇਸ ਉਮਤ ਵਾਸਤੇ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸ਼ਫਾਅਤ ਵਾਸਤੇ ਰੋਣਗੇ। ਇਸ ਉਮਤ ਦੀ ਸ਼ਫਾਅਤ ਕਰਨ ਵਾਸਤੇ ਕਹਿਣਗੇ ਜਿਨ੍ਹਾਂ ਨੇ ਇਨਸਾਨੀਅਤ ਹੀ ਯਕੀਨ ਕਰੋ ਸ਼ਰਮਾ ਗਈ ਹੈ। ਮਹੱਲਿਆਂ ਦੇ ਵਿੱਚ ਕੁੱਤੇ ਵੱਜ ਜਾਣ ਨਾ ਤੇ ਫਟਾਫਟ ਟੀਮਾਂ ਬੁਲਾਈਆਂ ਜਾਂਦੀਆਂ ਨੇ, ਜੀ ਇਹਨਾਂ ਨੂੰ ਗੋਲੀਆਂ ਮਾਰੋ, ਇਹ ਵੱਧ ਗਏ ਨੇ। ਤੇ ਇਹ ਕੁੱਤੇ ਨਹੀਂ ਜਿਹੜੇ ਆਂਦੀ ਜਾਂਦੀ ਲੋਕਾਂ ਦੀ ਧੀ ਭੈਣ ਨੂੰ ਨਹੀਂ ਛੱਡਦੇ, ਪੁੱਤਰਾਂ ਨੂੰ ਵੀ ਨਹੀਂ ਛੱਡਦੇ, ਧੀਆਂ ਤੇ ਦੂਰ ਪੁੱਤਰਾਂ ਨੂੰ ਨਹੀਂ ਛੱਡਦੇ। ਆਏ ਦਿਨ ਕਦੀ ਪਿਓ ਨੇ ਜ਼ਿਆਦਤੀ ਕਰਤੀ ਧੀ ਨਾਲ, ਕਦੀ ਮਹੱਲੇ 'ਚ ਕਿਸੇ ਦੇ ਮੁੰਡੇ ਨੇ ਜ਼ਿਆਦਤੀ ਕਰਤੀ ਬੱਚੇ ਨਾਲ, ਕਦੀ ਕਿਸੇ ਨੇ ਜ਼ਿਆਦਤੀ ਕਰਤੀ। ਇਹ ਕਦੋਂ ਤੱਕ ਸਿਲਸਿਲਾ ਚੱਲੇਗਾ? ਇਹ ਥੋੜ੍ਹਾ ਨਹੀਂ, ਬਹੁਤ ਜ਼ਿਆਦਾ ਸੋਚਣ ਦਾ ਮੁਕਾਮ ਆ ਗਿਆ। ਇਹ ਜਬ ਤੱਕ ਇਹਨਾਂ ਨੂੰ ਚੌਂਕਾਂ ਦੇ ਵਿੱਚ ਟੰਗਿਆ ਨਹੀਂ ਜਾਏਗਾ, ਜਬ ਤੱਕ ਇਹਨਾਂ ਨੂੰ ਇਹਨਾਂ ਦੀ ਸਰੇਆਮ ਇਹਨਾਂ ਦੀ ਖੱਲ ਲਾਈ ਜਾਏ, ਇਹਨਾਂ ਨੂੰ ਸਰੇਆਮ ਸਜ਼ਾ ਦਿੱਤੀ ਜਾਏ। ਯਕੀਨ ਕਰੋ ਇੰਨੇ ਵਾਕਿਏ ਤੁਸੀਂ ਵੀ ਵੇਖੇ ਨੇ, ਸੁਣੇ ਨੇ, ਸਜ਼ਾ ਇੱਕ ਦੀ ਵੀ ਨਹੀਂ ਸੁਣੀ ਹੈਗੀ ਕਿ ਉਹਨੂੰ ਕੀ ਸਜ਼ਾ ਦਿੱਤੀ ਗਈ ਹੈ। ਉਹ ਜਾਂਦੇ ਨੇ, ਫੜ ਕੇ ਲੈ ਜਾਂਦੇ ਨੇ, 4 ਦਿਨ ਰੱਖਦੇ ਨੇ, ਪੈਸੇ ਦਿੰਦੇ ਨੇ, ਚੱਲ ਭਾਈ ਛੁੱਟ ਛੁਟਾ ਕੇ ਫਿਰ ਘਰ ਆ ਜਾਂਦੇ ਨੇ। ਮੈਂ ਯਕੀਨ ਕਰੋ ਇਸ ਵੀਡੀਓ ਨੂੰ ਮੈਂ ਦੇਖਿਆ ਤੇ ਮੇਰਾ ਦਿਲ ਘਟ ਕੇ ਰਹਿ ਗਿਆ। ਮੈਂ ਵੀ ਇੱਕ ਮਾਂ ਵਾਂ, ਅਸੀਂ ਕਿੱਥੇ ਲੈ ਜਾਈਏ ਬੱਚੇ? ਬੱਚੇ ਕਿੱਥੇ ਬਹਿੰਦੇ ਨੇ? ਬੱਚੇ ਘਰਾਂ 'ਚ ਸਕੂਨ 'ਚ ਕਿੱਥੇ ਬਹਿੰਦੇ ਨੇ? ਛੋਟੇ ਛੋਟੇ ਘਰ ਨੇ, ਬੱਚੇ ਨੇ, ਖੇਡਣ ਨੂੰ ਦਿਲ ਕਰ ਪੈਂਦਾ ਹੈ। ਬਾਹਰ ਗਲੀ ਮੁਹੱਲੇ 'ਚ ਬੱਚੇ ਨਿਕਲ ਜਾਂਦੇ ਨੇ। ਬੱਚੇ ਕਿਸੇ ਪਾਸੇ ਮਹਿਫੂਜ਼ ਹੀ ਨਹੀਂ ਹੈਗੇ। ਨਾ ਮਾਵਾਂ ਜਿਹੜੀਆਂ ਨੇ ਉਹ ਕਿੱਥੇ ਇਹਨਾਂ ਨੂੰ ਪਾਉਣ? ਪੈਦਾ ਤੇ ਉਹ ਕਰ ਲੈਂਦੀਆਂ ਨੇ, ਮੁੜ ਕੇ ਉਹਨਾਂ ਨੂੰ ਕਿੱਥੇ ਰੱਖਣ, ਕਿੱਥੇ ਸਾਂਭਣ? ਕਿਹੜੀਆਂ ਖੁੱਡਾਂ ਇਹਨਾਂ ਵਾਸਤੇ ਤਿਆਰ ਕਰਨ ਜਿਹਦੇ 'ਚ ਆਪਣੇ ਬੱਚੇ ਨੂੰ ਸਾਂਭ ਕੇ ਰੱਖਣ ਤਾਂ ਕਿ ਉਹ ਵੱਡਾ ਹੋਵੇ ਅਤੇ ਫਿਰ ਉਹਦੀ ਜਵਾਨੀ ਵੇਖਣ। ਲਾਂਤੀ ਇਨਸਾਨ, ਇਹਨਾਂ ਤੋਂ ਅੱਲਾ ਦਾ ਅਜ਼ਾਬ ਦੁਨੀਆ 'ਤੇ ਆਵੇ, ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਕਿਸੇ ਦਾ ਘਰ ਬਰਬਾਦ ਕਰਨ ਲੱਗੇ ਹਾਂ। ਕਿੱਡੇ ਆਰਾਮ ਨਾਲ ਕਰ ਦਿੱਤਾ ਹੈ।
ਤੇ ਇਹ ਬੱਚਾ ਜਿਹਦੀ ਮੈਂ ਗੱਲ ਕਰਨੀ ਪਈ ਹਾਂ, ਵਲੀ ਮੁਹੰਮਦ, ਭੈਣਾਂ ਦਾ ਇਕੱਲਾ ਭਰਾ, ਤੇ ਭੈਣਾਂ ਵਿਲਕ ਵਿਲਕ ਕੇ ਰੋ ਰੋ ਬੁਰਾ ਹਾਲ ਉਹਨਾਂ ਦਾ। ਯਕੀਨ ਕਰੋ, ਮੈਂ ਕਹਿੰਦੀ ਹਾਂ ਕਿਆਮਤ ਦਾ ਸਮਾਂ ਹੋਣਾ ਉਸ ਘਰ 'ਚ ਜਦੋਂ ਉਹਨਾਂ ਨੂੰ ਇਸ ਵਾਕਿਏ ਦਾ ਪਤਾ ਲੱਗਿਆ ਹੋਣਾ। ਤੇ ਮੁਲਜ਼ਮ ਏਡਾ ਸ਼ਾਤਰ ਕਿ ਨਾਲ ਰਲ ਕੇ ਤੇ ਉਹ ਲੱਭਣ ਦਿਆ ਜੀ ਬੱਚੇ ਨੂੰ। ਤੇ ਘਰ ਵਾਲੇ ਵੀ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਜੀ ਪਤਾ ਸੀ ਘਰ 'ਚੋਂ ਬੋ ਵੀ ਆਈ ਏ, ਉਹਨੇ ਜਾ ਕੇ ਉੱਤੇ ਜਾ ਕੇ ਉਹਦੀ ਲਾਸ਼ ਜਿਹੜੀ ਹੈ ਬੋਰੀ 'ਚ ਬੰਦ ਕੀਤੀ ਏ, ਪਿੱਛੇ ਪਲਾਟ ਸੀ ਉੱਥੇ ਸੁੱਟ ਦਿੱਤੀ ਏ। ਤੇ ਖੈਰ ਹੈ, ਤੇ ਕਹਿੰਦੇ ਨੇ ਪੁਲਿਸ ਨੇ ਵੇਖ ਲਿਆ ਇਹਨੂੰ ਤੇ ਰੰਗੇ ਹੱਥੋਂ ਫੜ ਲਿਆ ਵੇ। ਇਹ ਕਦੋਂ ਤੱਕ ਸਿਲਸਿਲਾ ਚੱਲੇਗਾ? ਕਿਆ ਤੁਹਾਨੂੰ ਮੇਰੀ ਗੱਲ ਦੀ ਸਮਝ ਆਉਂਦੀ ਹੈ ਕਿ ਮੈਂ ਕੀ ਕਹਿਣਾ ਚਾਹ ਰਹੀ ਹਾਂ? ਕਿ ਇੰਨੇ ਵਾਕਿਆ ਹੋਏ ਨੇ, ਕਿਸੇ ਦੇ ਨਾਂ ਅੱਜ ਤੱਕ ਸੁਣਿਆ ਹੈ ਕਿ ਇਹਦੇ ਹੱਥ ਕੱਟ ਦਿੱਤੇ ਗਏ ਨੇ ਜਾਂ ਇਹਦੀ ਗਰਦਨ ਕੱਟ ਦਿੱਤੀ ਗਈ ਹੈ ਮੁਜਰਮ ਦੀ। ਦੰਦਨਾਉਂਦੇ ਫਿਰਦੇ ਨੇ। ਯਕੀਨ ਕਰੋ, ਇੱਕ ਵਾਕਿਏ ਤੋਂ ਬਾਅਦ ਦੂਜਾ, ਦੂਜੇ ਤੋਂ ਤੀਜਾ, ਤੀਜੇ ਤੋਂ ਚੌਥਾ, ਹਰ ਦੂਜੀ ਤੀਜੀ ਵੀਡੀਓ ਦੇ ਵਿੱਚ ਬੱਚੇ ਨਾਲ ਜ਼ਿਆਦਤੀ, ਬੱਚੀ ਨਾਲ ਜ਼ਿਆਦਤੀ। ਫਿਰ 6 ਸਾਲ, 8 ਸਾਲ, 10 ਸਾਲ, 12 ਸਾਲ, ਇਸ ਉਮਰ ਦੇ ਬੱਚਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ। ਖੁਦਾਰਾ, ਕੁਛ ਤੇ ਖੌਫ ਖਾਓ, ਕੁਛ ਤੇ ਇਹਨਾਂ ਦੇ ਉੱਤੇ ਐਕਸ਼ਨ ਲਵੋ। CCD ਦਾ ਸੁਣਿਆ ਸੀ ਬੜੀ ਛੇਤੀ ਕੰਮ ਕਰਦੀ ਏ। ਸਾਡੀ ਹੱਥ ਜੋੜ ਕੇ ਤੁਹਾਡੇ ਅੱਗੇ ਅਪੀਲ ਹੈ ਕਿ ਜੇ ਤੁਹਾਡੇ ਹੱਥੋਂ ਵੱਸੋਂ ਬਾਹਰ ਗੱਲ ਹੋ ਗਈ ਹੈ, ਅੱਲਾ ਅੱਗੇ ਤੇ ਮਾਮਲਾ ਅਸੀਂ ਰੱਖ ਦਿੱਤਾ ਹੈ। ਅੱਲਾ ਨੂੰ ਤੇ ਅਸੀਂ ਕਹਿਣ ਵੀ ਦੇ ਹਾਂ ਕਿ ਅੱਲਾ, ਜੇ ਇਸ ਹੁਕਮਰਾਨਾਂ ਦੇ ਹੱਥ ਵੱਸੋਂ ਗੱਲ ਬਾਹਰ ਚਲੀ ਗਈ ਹੈ ਤੇ ਅੱਲਾ ਤੇਰੇ ਹੱਥੋਂ ਤੇ ਨਹੀਂ ਤੇਰੇ ਵੱਸ 'ਚੋਂ ਤੇ ਬਾਹਰ ਨਹੀਂ ਗਈ, ਤੇਰੇ ਹੱਥ 'ਚ ਤੇ ਸਾਰਾ ਮਾਮਲਾ ਹੈ। ਇਹ ਅੱਲਾ ਇਹਨਾਂ ਦੀ ਦੁਨੀਆ ਵੀ ਖਰਾਬ ਕਰਤੀ, ਇਹਨਾਂ ਦੀ ਆਖਰਤ ਉਸ ਤੋਂ ਵੱਧ ਖਰਾਬ ਕਰੀ ਜਿਹੜੇ ਇਹਨਾਂ ਬੱਚਿਆਂ ਨੂੰ, ਮਾਸੂਮ ਬੱਚਿਆਂ ਨੂੰ ਕਤਲ ਕਰਦੇ ਪਏ ਨੇ, ਮਾਰਦੇ ਪਏ ਨੇ। ਇਨਸਾਨੀ ਜਾਨ ਹੈ, ਕਹਿੰਦੇ ਨੇ ਕੁਰਾਨੇ ਪਾਕ 'ਚ, ਕਿ ਜਿਹਨੇ ਇੱਕ ਜਾਨ ਨੂੰ ਕਤਲ ਕੀਤਾ ਗੋਇਆ ਉਹਨੇ ਪੂਰੇ ਇਨਸਾਨੀਅਤ ਨੂੰ ਕਤਲ ਕੀਤਾ। ਇੱਕ ਬੱਚੇ ਦੇ ਨਾਲ ਕਿੰਨੇ ਰਿਸ਼ਤੇ ਜੁੜੇ ਹੁੰਦੇ ਨੇ, ਭੈਣ ਭਰਾ ਦੇ, ਮਾਂ ਦੇ, ਪਿਓ ਦੇ, ਹਰ ਇੱਕ ਰਿਸ਼ਤੇ ਦਾ ਖੂਨ ਕਰ ਦੇਣਾ ਕਿੱਡੀ ਜ਼ਿਆਦਤੀ ਹੈ। ਕਬ ਤੱਕ ਇਹ ਕੰਮ ਹੁੰਦਾ ਰਹੇਗਾ? ਸਾਊਦੀ ਅਰਬ ਦੇ ਵਿੱਚ ਜਦੋਂ ਹੀ ਉਹਨਾਂ ਦੇ ਕੋਲ ਕੋਈ ਮੁਜਰਮ ਆਉਂਦਾ ਨਾ, ਹੱਥ ਕੱਟਿਆ ਜਾਂਦਾ, ਗਰਦਨ ਕੱਟ ਦਿੰਦੇ ਨੇ, ਤੇ ਸਰੇਆਮ ਉਹ ਕੱਟਦੇ ਨੇ। ਉਹਨਾਂ ਨੇ ਇੱਕ ਜਗ੍ਹਾ ਰੱਖੀ ਹੈ, ਉੱਥੇ ਬਕਾਇਦਾ ਮਨਾਦੀ ਕਰਾ ਦਿੱਤੀ ਜਾਂਦੀ ਕਿ ਫਲਾਣੇ ਦਿਨ ਫਲਾਣੇ ਦੇ ਹੱਥ ਕੱਟੇ ਜਾਣਗੇ। ਇਨਸਾਫ ਇਹਨੂੰ ਕਹਿੰਦੇ ਨੇ। ਸਾਡੇ ਪਾਕਿਸਤਾਨ ਮੁਸਲਮਾਨ ਮੁਲਕ ਸੀ, ਸਾਡਾ ਮੁਸਲਮਾਨਾਂ ਦਾ ਮੁਲਕ ਹੈ, ਤੇ ਕਦੋਂ ਤੱਕ ਇਹੋ ਜਿਹੀਆਂ ਜ਼ਿਆਦਤੀਆਂ ਹੁੰਦੀਆਂ ਰਹਿਣਗੀਆਂ? ਇਹ ਤੇ ਕਈ ਲੋਕ ਜਿਹੜੇ ਮੀਡੀਆ 'ਤੇ ਆਪਣੀਆਂ ਵੀਡੀਓ ਦਿਖਾ ਦਿੰਦੇ ਨੇ, ਪਤਾ ਲੱਗ ਜਾਂਦਾ ਕਿ ਫਲਾਣੇ ਬੱਚੇ ਨਾਲ ਇਹ ਕੰਮ ਜ਼ਿਆਦਤੀ ਕੀਤੀ ਗਈ ਜਾਂ ਢੀਂਗਰੀ ਬੱਚੀ ਨਾਲ ਇਹ ਜ਼ਿਆਦਤੀ ਕੀਤੀ ਗਈ, ਤੇ ਕਈ ਲੋਕ ਤੇ ਸ਼ਰਮ ਦੇ ਮਾਰੇ ਮੀਡੀਆ 'ਤੇ ਆਉਂਦੇ ਹੀ ਨਹੀਂ। ਉਹਨਾਂ ਦੀ ਕਿੰਨੀ ਤਾਦਾਦ ਹੋਏਗੀ? ਇਸ ਜੁਰਮ ਨੂੰ ਰੋਕਣ ਵਾਸਤੇ ਲਾਜ਼ਮੀ ਇੰਨੀ ਕੁ ਟੰਗੋ, ਇਹਨਾਂ ਨੂੰ ਪਤਾ ਲੱਗ ਜਾਏ ਕਿ ਵਾਕਈ ਕੋਈ ਟੰਗਣ ਵਾਲਾ ਹੈ ਜਿਹੜਾ ਇਹਨਾਂ ਨੂੰ ਪੁੱਠਿਆਂ ਟੰਗ ਦੇਗਾ। ਜਿਹੜਾ ਇਹ ਕੰਮ ਸੋਚੇਗਾ ਵੀ ਨਾ ਤੇ ਉਹਦੀਆਂ 7 ਨਸਲਾਂ ਯਾਦ ਰੱਖਣਗੀਆਂ ਕਿ ਇਹ ਕੰਮ ਨਹੀਂ ਕਰਨਾ, ਕਿਉਂਕਿ ਇਹਦੀ ਸਜ਼ਾ ਬੜੀ ਭਿਆਨਕ ਹੋਣੀ ਹੈ। ਖੁਦਾਰਾ, ਇਹਦੇ 'ਤੇ ਥੋੜ੍ਹਾ ਨਹੀਂ ਬਹੁਤਾ ਸੋਚੋ। ਇਹ ਸੋਚਣ ਦਾ ਹੁਣ ਮਕਾਮ ਹੈ। ਇਹ ਜਦ ਤੱਕ ਇਸ ਖਬਰਾਂ ਨੂੰ ਅਸੀਂ ਹਾਈਲਾਈਟ ਨਹੀਂ ਕਰਾਂਗੇ, ਦੁਨੀਆ 'ਤੇ ਯਕੀਨ ਕਰੋ ਸਾਡਾ ਤਮਾਸ਼ਾ ਬਣ ਜਾਏਗਾ ਕਿ ਕਿਹੋ ਜਿਹਾ ਇਸਲਾਮੀ ਮੁਲਕ ਹੈ ਜਿੱਥੇ ਹਲਕਾਏ ਕੁੱਤੇ ਲੱਗੇ ਫਿਰਦੇ ਪਏ ਨੇ ਤੇ ਬੱਚਿਆਂ ਦੀ ਰੈਪ ਕਰਦੇ ਪਏ ਨੇ, ਛੋਟੀਆਂ ਛੋਟੀਆਂ ਬੱਚੀਆਂ ਦੀ ਇੱਜ਼ਤਾਂ ਲੁੱਟਦੇ ਨੇ, ਛੋਟੇ ਛੋਟੇ ਬੱਚਿਆਂ ਦੀ ਇੱਜ਼ਤ ਲੁੱਟਦੇ ਨੇ। ਡੁੱਬ ਕੇ ਨਹੀਂ ਮਰਦੇ? ਇਹਨਾਂ ਤੋਂ ਗਰਕ ਕਰ ਦੇਵੇ ਅੱਲਾ ਦੀ ਜ਼ਾਤ, ਇਹਨਾਂ ਦੇ ਉੱਤੇ ਕੋਈ ਐਸਾ ਅਜ਼ਾਬ ਉਸ ਟਾਈਮ ਆ ਜਾਵੇ। ਇਹਨਾਂ ਨੂੰ ਸਜ਼ਾ ਤਾਂ ਮਿਲਦੀ ਏ, ਔਰ ਸਾਨੂੰ ਦਿਖਾਉਂਦੇ ਵੀ ਨੇ ਕਿ ਜੇ ਮੁਜਰਮ ਫੜਿਆ ਜੇ, ਉਹ ਵੀ ਹੱਥ ਜੋੜ ਕੇ ਪਿੱਛੇ ਖਲੋਤਾ ਹੁੰਦਾ ਵੇ। ਉਹ ਇੰਝ ਖਲੋਤਾ ਹੁੰਦਾ ਕਿ ਜਿਵੇਂ ਉਹਦੇ ਲਈ ਉਹਨੂੰ ਪਤਾ ਹੁੰਦਾ ਕਿ 4 ਦਿਨ ਮੈਂ ਇਹਨਾਂ ਦੇ ਕੋਲ ਰਹਿਣਾ ਤੇ 5ਵੇਂ ਦਿਨ ਮੈਂ ਘਰ ਆ ਜਾਣਾ ਵੇ। ਕਿਸੇ ਦੇ ਮੂੰਹ 'ਤੇ ਸ਼ਰਮਿੰਦਗੀ ਵੇਖੀਏ ਤੁਸੀਂ ਅੱਜ ਤੱਕ? ਉਹਨੂੰ ਇਹ ਨਹੀਂ ਉਹਦੇ ਸਾਹਮਣੇ ਦੱਸਿਆ ਜਾ ਰਿਹਾ ਹੁੰਦਾ ਜੀ ਇਹਨੇ ਜ਼ਿਆਦਤੀ ਕੀਤੀ ਹੈ, ਉਹ ਚੁੱਪ ਕਰਕੇ ਖਲੋਤਾ ਹੁੰਦਾ। ਮੈਂ ਕਹਿੰਦੀ ਹਾਂ ਇਹੋ ਜਿਹਾ ਮੁਕਾਮ ਆਵੇ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ। ਜਿਹੜਾ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਹੀਂ ਨਾ ਰੱਖਦਾ, ਅੱਲਾ ਉਹਦੇ ਘਰ ਦੀ ਇੱਜ਼ਤ ਨਹੀਂ ਰੱਖਦਾ। ਮੈਂ ਬੜੇ ਹੀ ਨਹਾਇਤ ਅਫਸੋਸ ਦੇ ਨਾਲ ਅੱਜ ਵੀਡੀਓ ਬਣਾਈ ਹੈ। ਐਡੇ ਹੀ ਕੰਟਰੋਲੋਂ ਬਾਹਰ ਹੋ ਜਾਂਦੇ ਨੇ ਤੇ ਆਪਣੇ ਮਾਂ ਪਿਓ ਨੂੰ ਰੋਣ, ਇਹਨਾਂ ਦੀਆਂ ਸ਼ਾਦੀਆਂ ਕਰਨ,
ਤਾਂ ਕਿ ਇਹ ਆਪਣੇ ਘਰ ਮੂੰਹ ਕਾਲੇ ਕਰਨ, ਆਪਣੀਆਂ ਬੁੱਢੀਆਂ ਕੋਲ ਜਾਣ, ਜਿਹੜਾ ਜਾਇਜ਼ ਤਰੀਕਾ ਹੈ। ਬਾਹਰ ਮੂੰਹ ਕਾਲੇ ਕਰਦੇ ਫਿਰਦੇ ਨੇ, ਬਾਹਰ ਬੱਚੀਆਂ ਦੀ ਇੱਜ਼ਤਾਂ ਲੁੱਟਦੇ ਫਿਰਦੇ ਨੇ, ਬਾਹਰ ਇਹੋ ਜਿਹਾ ਗੰਦ ਫੈਲਾਉਂਦੇ ਫਿਰਦੇ ਨੇ। ਔਰ ਇੱਕ ਨੂੰ ਵੇਖ ਕੇ ਦੂਜਾ, ਦੂਜੇ ਨੂੰ ਵੇਖ ਕੇ ਤੀਜੇ ਨੂੰ ਸ਼ਹਿ ਮਿਲਦੀ ਪਈ ਹੈ। ਅਸੀਂ ਸੋਸ਼ਲ ਮੀਡੀਆ 'ਤੇ ਕੀ ਵਹਾਉਂਦੇ ਹਾਂ? ਦੁਨੀਆ ਭਰ 'ਚ ਸਾਰੀਆਂ ਵੀਡੀਓ ਜਾਂਦੀਆਂ ਨੇ, ਤੇ ਦੁਨੀਆ ਵਾਲੇ ਵਹਿੰਦੇ ਹੋਣਗੇ ਕਿ ਕਿਹੜਾ ਮੁਲਕ ਐਸਾ ਹੈ ਜਿੱਥੇ ਐਡਾ ਗੰਦ ਵੱਜਦਾ ਪਿਆ ਵੇ। ਖੁਦਾਇਆ ਇਸ 'ਤੇ ਐਕਸ਼ਨ ਲਵੋ। ਬਾਰ-ਬਾਰ ਹਕੂਮਤ ਅੱਗੇ ਅਪੀਲ ਕਰਾਂਗੇ, ਬਾਰ-ਬਾਰ CCD ਵਾਲਿਆਂ ਅੱਗੇ ਅਪੀਲ ਕਰਾਂਗੇ ਕਿ ਇਹ ਜਿਹੜਾ ਬੱਚਿਆਂ ਦਾ ਰੇਪ ਕਰਦੇ ਪਏ ਨੇ, ਛੋਟੇ-ਛੋਟੇ ਬੱਚਿਆਂ ਨਾਲ ਜ਼ਿਆਦਤੀਆਂ ਹੁੰਦੀਆਂ, ਤੇ ਇਹ ਕਿੱਡੀ ਵੱਡੀ ਜ਼ਿਆਦਤੀ ਹੈ। ਇਹਨਾਂ ਨੂੰ ਤੇ ਬੱਚਿਆਂ ਨੂੰ, ਛੋਟਿਆਂ ਨੂੰ ਹੀ ਵਿਚਾਰਿਆਂ ਨੂੰ ਵੱਡਿਆਂ ਹੋਣ ਦਾ ਮੌਕਾ ਹੀ ਨਹੀਂ ਦੇਂਦੇ। ਬੱਚਿਆਂ ਦੇ ਕਈ ख्वाब ਹੁੰਦੇ ਨੇ, ਮੈਂ ਬੜਾ ਹੋ ਕਰ ਪੁਲਿਸ ਵਿੱਚ ਜਾਊਂਗਾ, ਮੈਂ ਬੜੀ ਹੋ ਕਰ ਡਾਕਟਰ ਬਣੂੰਗੀ, ਤੇ ਇਹ ਲਾਂਤੀ ਉਹਨਾਂ ਦੇ ਸਾਰੇ ख्वाब ਚਕਨਾਚੂਰ ਕਰ ਦਿੰਦੇ ਨੇ। ਇਹ ਆਪਣੇ ਇੱਕ ਚਸਕੇ ਵਾਸਤੇ, ਘੜੀ ਦੀ ਘੜੀ ਦਾ ਚਸਕਾ, ਤੇ ਅਗਲੇ ਦੀ ਵੀ ਜਾਨ ਗਈ ਤੇ ਆਪਣੀ ਵੀ ਗਈ। ਤੇ ਕੀ ਗੁਨਾਹ ਖੱਟ ਕੇ ਤੇ ਕੀ ਬਚ ਜਾਓਗੇ? ਇਸ ਦੁਨੀਆ ਤੇ ਬਚ ਜਾਓਗੇ, ਲੇਕਿਨ ਜਿਹੜੀ ਅਗਲੀ ਜਹਾਨ ਦੀ ਦੁਨੀਆ ਆਣੀ ਹੈ ਨਾ, ਉੱਥੇ ਤੇ ਬਖਸ਼ਿਸ਼ ਵੀ ਨਹੀਂ ਜੇ ਹੋਣੀ। ਉੱਥੇ ਤੇ ਐਸੀ ਪਕੜ ਹੋਣੀ, ਉਹ ਅੱਲਾ ਦੀ ਪਕੜ ਹੋਣੀ ਹੈ। ਇੱਥੇ ਵਰਗੇ ਬੰਦਿਆਂ ਦੀ ਪਕੜ ਨਹੀਂ ਹੋਣੀ। ਅੱਲਾ ਦੀ ਪਕੜ ਬੜੀ ਜ਼ਬਰਦਸਤ ਹੈ। ਉਹ ਦੁਨੀਆ ਤੇ ਵੀ ਪਕੜ ਕਰਦਾ ਹੈ। ਕਿਉਂ? ਕਿਉਂਕਿ ਉਹ ਮਾਲਕ ਹੈ। ਉਹਨੇ ਆਪਣੀ ਇਸ ਦੁਨੀਆ ਨੂੰ ਬਣਾਇਆ, ਉਹਨੂੰ ਪਤਾ ਹੈ ਮੈਂ ਇਹਨਾਂ ਦੀ ਪਕੜ ਕਿੱਥੇ ਕਰਨੀ ਹੈ। ਉਹ ਰੱਸੀ ਢਿੱਲੀ ਕਰਦਾ ਹੈ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਕਿ ਤੁਸੀਂ ਰਾਹੇ ਰਾਸਤੇ ਆ ਜਾਵੋ। ਲੇਕਿਨ ਜਦੋਂ ਤੁਸੀਂ ਹੱਦ ਤੋਂ ਵੱਧ ਜਾਓਗੇ ਨਾ, ਤੇ ਫਿਰ ਜ਼ਲਜ਼ਲੇ ਆਉਂਦੇ ਨੇ, ਫਿਰ ਨਿੱਕੇ ਨਿੱਕੇ ਅਜ਼ਾਬ ਜਿਹੜੇ ਨੇ ਨਾ, ਇਹ ਜਿਹੜੇ ਆਉਂਦੇ ਨੇ ਨਾ, ਇਹ ਤੁਹਾਡੀਆਂ ਕਰਤੂਤਾਂ ਤੋਂ ਹੀ ਆਉਂਦੇ ਨੇ। ਜ਼ਲਜ਼ਲੇ ਆ ਗਏ, ਸਲਾਬ ਆ ਗਏ, ਤੇ ਜਦੋਂ ਇਹੋ ਜਿਹਾ ਕੋਈ ਵਹਿੰਦੇ ਨੇ ਨਾ, ਫਿਰ ਨਾਲ ਹੀ ਮੌਮਨ ਹੋ ਜਾਣਗੇ, ਕਲਮੇ ਪੜ੍ਹਨ ਲੱਗ ਪੈਣਗੇ ਕਿ ਅੱਲਾ ਸਾਨੂੰ ਮਾफ़ ਕਰ ਦੇ। ਉਹ ਬੇਸ਼ੱਕ ਮਾਲਕ ਹੈ, ਉਹ ਮਾफ़ ਕਰਨ 'ਤੇ ਕਾਦਰ ਵੀ ਹੈ, ਲੇਕਿਨ ਉਹਦੇ ਕੋਲੋਂ ਹਰ ਟਾਈਮ ਡਰਨਾ ਚਾਹੀਦਾ। ਇਹੋ ਜਿਹੀ ਤੇ ਜ਼ਿਆਦਤੀ ਕਰਕੇ ਤੇ ਮੈਂ ਕਹਿੰਦੀ ਹਾਂ ਹੋਰ ਇਨਸਾਨ ਦੀ ਨੀਂਦਰ ਉੜ ਜਾਂਦੀ ਹੈ। 2 ਦਿਨ ਉਹਨੇ ਆਪਣੇ ਘਰ ਲਾਸ਼ ਰੱਖੀ ਹੈ, ਤੇ ਸਾਰੀ ਬਾਤ 'ਤੇ ਨੀਂਦਰ ਵੀ ਆਉਂਦੀ ਹੋਏਗੀ। ਕਹਿੰਦੇ ਨਾ, ਨੀਂਦਰ ਸੂਲੀ 'ਤੇ ਵੀ ਆਈ ਜਾਂਦੀ ਹੈ, ਸੁੱਤਾ ਵੀ ਹੋਣਾ ਹੈ। ਤੇ ਘਰ ਵਾਲਿਆਂ ਨੂੰ ਉਹਦੇ ਚਿਹਰੇ ਤੋਂ ਇੱਕ ਵਾਰੀ ਨਹੀਂ ਪਤਾ ਚੱਲਿਆ ਕਿ ਇਹ ਪਰੇਸ਼ਾਨ ਹੈ, ਖੁਸ਼ ਹੈ, ਖਾਮੋਸ਼ ਹੈ, ਕੀ ਇਹਨੂੰ ਮਸਲਾ ਹੈ। ਕਿਉਂਕਿ ਬੱਚੇ ਦੇ ਉੱਤੇ ਧਿਆਨ ਹੋਵੇ ਨਾ ਘਰ ਵਾਲਿਆਂ ਦਾ, ਤੇ ਹਰ ਇੱਕ ਨੂੰ ਪਤਾ ਚੱਲ ਜਾਂਦਾ ਹੈ ਮੇਰੇ ਬੱਚੇ ਦਾ ਮੂਡ ਆਫ ਹੈ, ਮੇਰੇ ਬੱਚੇ ਦੀ ਤਬੀਅਤ ਖਰਾਬ ਹੈ। ਹੁਣ ਅਸੀਂ ਮਾਵਾਂ ਵਾਂ, ਆਪਣੇ ਇੱਕ ਬੱਚੇ ਦੀ ਪਹਿਚਾਣ ਹੁੰਦੀ ਹੈ, ਆਪਣੇ ਬੱਚਿਆਂ ਦੀ ਨਜ਼ਰ ਹੁੰਦੀ ਹੈ ਆਪਣੇ ਬੱਚਿਆਂ 'ਤੇ ਕਿ ਮੇਰੇ ਬੱਚੇ ਦੀ ਤਬੀਅਤ ਇਸ ਟਾਈਮ ਕੀ ਚਾਹੁੰਦੀ ਪਈ ਹੈ, ਮੇਰਾ ਬੱਚਾ ਇਸ ਟਾਈਮ ਆਵਾਜ਼ਾਰ ਕਿਉਂ ਹੈ, ਜਾਂ ਮੇਰਾ ਬੱਚਾ ਇਸ ਟਾਈਮ ਨਾ ਖੁਸ਼ ਕਿਉਂ ਹੈ, ਜਾਂ ਇੰਨਾ ਖੁਸ਼ ਕਿਉਂ ਹੈ। ਇਹ ਕਿਹੜੀਆਂ ਮਾਵਾਂ ਨੇ ਜਿਨ੍ਹਾਂ ਨੇ ਇਹੋ ਜਿਹੇ ਹਰਾਮ ਦੇ ਜੰਮ ਕੇ ਤੇ ਸੜਕਾਂ 'ਤੇ ਸੁੱਟੇ ਨੇ, ਤਾਂ ਕਿ ਉਹ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਇਹੋ ਜਿਹੀ ਜ਼ਿਆਦਤੀਆਂ ਕਰਨ। ਲਾਹਨਤ ਇਹੋ ਜਿਹੇ ਮਾਂ ਪਿਓ ਦੇ ਉੱਤੇ ਵੀ ਜਿਨ੍ਹਾਂ ਨੇ ਤਰਬੀਅਤ ਹੀ ਨਹੀਂ ਕੀਤੀ। ਅਸੀਂ ਜਦੋਂ ਬੇਟੀ ਹੋ ਜਾਵੇ ਨਾ, ਤੇ ਅਸੀਂ ਮਾਵਾਂ ਪਤਾ ਕੀ ਕਹਿੰਦੀਆਂ ਵਾ, ਹੈ ਨਹੀਂ ਧੀ ਦੀ ਚੰਗੀ ਤਰ੍ਹਾਂ ਤਰਬੀਅਤ ਕਰੀ। ਹਾਲਾਂਕਿ ਸਾਨੂੰ ਤਰਬੀਅਤ ਵਾਸਤੇ ਬੇਟਿਆਂ ਦੀ ਤਰਬੀਅਤ ਬਹੁਤੀ ਜ਼ਿਆਦਾ ਕਰਨੀ ਚਾਹੀਦੀ ਹੈ। ਇਸਲਾਮ ਦੇ ਵਿੱਚ ਬੇਟਿਆਂ ਦੀ ਵੀ ਤਰਬੀਅਤ ਕਰੋ, ਬੇਟੀਆਂ ਦੀ ਤੇ ਕਰੋ ਸੇ ਕਰੋ, ਲੇਕਿਨ ਬੇਟੀਆਂ ਦੀ ਉਸ ਤੋਂ ਵੱਧ ਕਰੋ। ਉਹਨਾਂ ਨੂੰ ਦੱਸੋ ਕਿ ਕਿਸ ਤਰ੍ਹਾਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਰੱਖੀ ਦੀ ਹੈ, ਕਿਸ ਤਰ੍ਹਾਂ ਕਿਸੇ ਵੱਡੇ ਦੀ ਇੱਜ਼ਤ ਕਰੀ ਦੀ ਹੈ, ਕਿਸ ਤਰ੍ਹਾਂ ਕਿਸੇ ਛੋਟੇ ਦੀ ਇੱਜ਼ਤ ਕਰੀ ਦੀ ਹੈ। ਇਹ ਉਂਤਰੇ ਆਪਣੇ ਮਹੱਲੇ 'ਚ ਰਹਿ ਕੇ ਹੀ ਬੇਈਮਾਨ ਹੋ ਗਿਆ ਉਸ ਬੱਚੇ ਦੇ ਉੱਤੇ। ਬੱਚੇ ਤੇ ਪੁੱਲ ਹੁੰਦੇ ਨੇ, ਯਕੀਨ ਕਰੋ ਮੈਨੂੰ ਕਈ ਦਫਾ ਕਈਆਂ ਦੇ ਲੋਕਾਂ ਦੇ ਬੱਚਿਆਂ 'ਤੇ ਪਿਆਰ ਆ ਜਾਂਦਾ। ਅਸੀਂ ਇੰਨਾ ਪਿਆਰ ਕਰਨੇ ਆ ਬੱਚਿਆਂ ਦੇ ਨਾਲ, ਤੇ ਇਸ ਲਾਂਤੀ ਨੇ ਉਸ ਬੱਚੇ ਦੇ ਨਾਲ ਜ਼ਿਆਦਤੀ ਕਰਨ ਲੱਗਿਆ ਅੱਧੀ ਵਾਰੀ ਵੀ ਨਹੀਂ ਦੇਖਿਆ, ਸੋਚਿਆ ਕਿ ਮੈਂ ਇਸ ਬੱਚੇ ਦੇ ਨਾਲ ਕੀ ਕੰਮ ਕਰਨ ਲੱਗਾ ਵਾਂ। ਕਹਿੰਦੇ ਨੇ ਨਾ, ਹਾਨ ਨੂੰ ਹਾਨ ਪਿਆਰਾ ਹੁੰਦਾ ਵੇ। ਤੇ ਲਾਂਤੀਆ, ਤੂੰ ਆਪਣੇ ਨਾਲ ਕੋਈ ਆਪਣੇ ਵਰਗੀ ਲੱਭ, ਕੋਈ ਆਪਣੇ ਮਾਂ ਪਿਓ ਨੂੰ ਕਹੋ ਤੇਰਾ ਨਿਕਾਹ ਪੜ੍ਹਾਉਣ, ਤੇ ਤੂੰ ਬੱਚੇ ਦੇ ਨਾਲ ਕੀ ਕਰ ਲਵੇਂਗਾ, ਕੀ ਹੋ ਕੀ ਜਾਏਗਾ ਉਸ ਟਾਈਮ। ਲਾਂਤੀਆ, ਐਡਾ ਗੰਦਾ ਜ਼ੇਨ। ਇਹਨਾਂ ਨੂੰ ਬੱਚਿਆਂ 'ਚ ਵੀ ਇਹੋ ਜਿਹੇ ਕੰਮ ਮਾਮਲੇ ਦੇ ਵਿੱਚ ਜਿਹੜਾ ਉਹ ਵਹਿੰਦੇ ਨਹੀਂ ਹੈਗੇ ਕਿ ਇਹ ਸਾਡਾ ਹਮ ਉਮਰ ਹੈ ਜਾਂ ਸਾਡੇ ਤੋਂ ਕਿੱਡਾ ਛੋਟਾ ਵੇ। ਐਡੇ ਮੈਂ ਕਹਿੰਦੀ ਹਾਂ ਹੁਣ ਤੇ ਹੱਦ ਹੀ ਮੁੱਕ ਗਈ, ਕਹਿ ਲਓ ਐਂਡ ਹੀ ਹੋ ਗਿਆ। ਬੜੀ ਯਕੀਨ ਕਰੋ ਦੁੱਖ ਭਰੀ ਦੇ ਨਾਲ ਮੇਰਾ ਅੱਜ ਦਿਲ ਨਹੀਂ ਸੀ ਕਰਦਾ ਪਿਆ ਕਿ ਮੈਂ ਉੱਠਾਂ, ਮੇਰੀ ਤਬੀਅਤ ਬੜੀ ਖਰਾਬ ਹੋਣ ਡਈ ਸੀ, ਲੇਕਿਨ ਮੈਂ ਕਿਹਾ ਨਹੀਂ, ਇਸ 'ਤੇ ਆਵਾਜ਼ ਚੁੱਕਾਂਗੇ
ਤੇ ਸ਼ਾਇਦ ਸਾਡੀ ਆਵਾਜ਼ ਕਿਸੇ ਤੱਕ ਪਹੁੰਚੇ ਤੇ ਕੋਈ ਇਹਦੇ ਤੇ ਐਕਸ਼ਨ ਲਵੇ। ਯਕੀਨ ਕਰੋ, ਸਵਾਬ ਦੀ ਨੀਅਤ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰੋ। ਹਰ ਉਸ ਇਨਸਾਨ ਤੱਕ ਇਹ ਵੀਡੀਓ ਜਾਵੇ ਜਿਹੜਾ ਦਰਿੰਦਾ ਇਹੋ ਜਿਹੀ ਸੋਚ ਰੱਖਦਾ ਕਿ ਮੈਂ ਜਾਂ ਨਜ਼ਰ ਰੱਖਦਾ ਕਿਸੇ ਦੀ ਧੀ ਭੈਣ ਦੇ ਉੱਤੇ। ਕਈ ਯਕੀਨ ਕਰੋ, ਇਹ ਜੁਆਇੰਟ ਫੈਮਲੀਆਂ ਦੇ ਵਿੱਚ ਬੱਚੇ ਜਿਹੜੇ ਨੇ, ਉਹ ਬੱਚੇ ਆਪਸ ਦੇ ਵਿੱਚ ਇੱਕ ਦੂਜੇ ਦੇ ਬੱਚਿਆਂ ਦੇ ਨਾਲ ਮੂੰਹ ਕਾਲੇ ਕਰਨ ਲੱਗ ਪੈਂਦੇ ਨੇ। ਕੀ ਬੰਦਾ ਕਿੱਥੇ ਚਲਾ ਜਾਵੇ? ਕੀ ਕਿਆਮਤ ਏ? ਕਿਆਮਤ ਤੋਂ ਪਹਿਲੇ ਕਿਆਮਤ ਆ ਗਈ, ਯਕੀਨ ਕਰੋ। ਰਿਸ਼ਤਿਆਂ 'ਤੇ ਯਕੀਨ ਨਹੀਂ ਰਹਿ ਗਿਆ। ਪਿੱਛੇ ਜਿਹੇ ਇੱਕ ਵੀਡੀਓ ਵੇਖੀ ਤੇ ਉਹ ਮਾਂ ਵੀ ਵਿਚਾਰੀ ਤੜਫ ਕੇ ਦੱਸੇ ਪਈ ਕਿ ਤਾਏ ਦਾ ਪੁੱਤਰ ਹੈ ਤੇ ਮੇਰੀਆਂ ਬੱਚੀਆਂ ਦੇ ਨਾਲ 10 ਸਾਲ ਦੀ ਬੱਚੀ, 6 ਸਾਲ ਦੀ ਬੱਚੀ, ਆਪਸ 'ਚ ਬੱਚੇ ਇਸ ਤਰ੍ਹਾਂ। ਖੁਦਾਇਆ, ਕੁਛ ਤੇ ਖੁਦਾ ਇਹਨਾਂ ਨੂੰ ਇਹੋ ਜਿਹਾ ਸਜ਼ਾ ਦਿਓ, ਇਹੋ ਜਿਹੀ ਸਜ਼ਾ ਇਹਨਾਂ ਦੀ ਮੁਕਰਰ ਕਰੋ ਕਿ ਇਹਨਾਂ ਨੂੰ ਆਨਨ ਫਾਨਨ ਜਿਹੜਾ ਨਾ ਸਜ਼ਾ ਦਿਓ। ਲਟਕਾ ਕੇ ਨਾ ਰੱਖੋ ਕਿ ਇਹਨਾਂ ਦੇ ਸਾਰੇ ਸਬੂਤ ਇਕੱਠੇ ਕਰਾਂਗੇ, ਫਿਰ ਇਹਨਾਂ ਨੂੰ ਅਦਾਲਤਾਂ 'ਚ ਲਿਜਾਵਾਂਗੇ, ਫਿਰ ਉੱਥੋਂ ਜੋ ਹੋਏਗਾ। ਯਕੀਨ ਕਰੋ, ਇਹਨਾਂ ਨੂੰ ਇੱਕ ਵਾਰੀ ਜਦੋਂ ਚੌਂਕਾਂ ਦੇ ਵਿੱਚ, ਹਰ ਇੱਕ ਚੌਂਕ ਦੇ ਵਿੱਚ ਜਦੋਂ ਇਹੋ ਜਿਹੇ ਲਟਕਾਏ ਹੋਣਗੇ ਨਾ, ਤੇ ਕੋਲੋਂ ਲੰਘਦਿਆਂ ਹੋਇਆਂ ਦੇ ਆਪੇ ਹੀ ਯਕੀਨ ਕਰੋ ਜਜ਼ਬਾਤ ਠੰਡੇ ਪੈ ਜਾਣਗੇ। ਮੈਂ ਜਦੋਂ ਸਕੂਲ ਪੜ੍ਹਨੀ ਸਾਂ ਨਾ, ਤੇ ਮੈਂ ਤੁਹਾਨੂੰ ਆਪਣਾ ਵਾਕਿਆ ਸੁਣਾਉਂਦੀ ਹਾਂ ਕਿ ਸਾਡੀ ਕਲਾਸ ਸੀ, ਮੈਡਮ ਦੇ ਯਾਨੀ ਕਿ ਆਫਿਸ ਦੇ ਨਾਲ ਕਲਾਸ ਸੀ। ਅਕਸਰ ਬੱਚੀਆਂ ਨੇ ਸ਼ੋਰ ਕਰਨਾ ਨਾ, ਤੇ ਉਹਨਾਂ ਨੇ ਸਾਡੀ ਸਾਰੀ ਕਲਾਸ ਨੂੰ ਬਾਹਰ ਖੜਿਆਂ ਕਰਕੇ ਨਾ ਤੇ ਹੱਥ ਉੱਤੇ ਕਰ ਦੇਣੇ ਕਿ ਇੱਥੇ ਖੜੇ ਰਹੋ, ਤੁਹਾਡੀ ਐਡੀ ਛੁੱਟੀ ਵੀ ਬੰਦ ਤੇ ਤੁਸੀਂ ਇੱਥੇ ਸਦਾ ਦੇ ਤੌਰ 'ਤੇ ਖੜੇ ਰਹੋ। ਬਾਕੀ ਸਾਰੀਆਂ ਬੱਚੀਆਂ ਆਉਂਦੀਆਂ ਜਾਂਦੀਆਂ ਸਾਨੂੰ ਵਹਿੰਦੀਆਂ ਸਨ ਨਾ, ਤੇ ਸਾਨੂੰ ਸ਼ਰਮਿੰਦਗੀ ਵੀ ਹੋਣੀ ਕਿ ਇੱਦਾਂ ਹੁਣ ਸ਼ੋਰ ਨਹੀਂ ਕਰਾਂਗੇ, ਤੇ ਸਾਨੂੰ ਕੰਨ ਵੀ ਹੋ ਜਾਣੇ ਤੇ ਬਾਕੀਆਂ ਨੂੰ ਵੀ ਹੋ ਜਾਣੇ ਕਿ ਇਹਨਾਂ ਨੂੰ ਸਜ਼ਾ ਮਿਲੀ ਹੈ ਤੇ ਸਾਨੂੰ ਵੀ ਮਿਲ ਜਾਏਗੀ। ਇਹ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਣ ਦਈ ਹਾਂ ਕਿ ਜਦੋਂ ਮੈਂ ਛੋਟੀ ਹੁੰਦੀ ਸਕੂਲ ਜਾਂਦੀ ਸਾਂ। ਤੇ ਇਸੇ ਤਰ੍ਹਾਂ ਹੀ ਇਹਨਾਂ ਲੋਕਾਂ 'ਚ ਵੀ ਨਾ ਇੱਕ ਫੜ ਕੇ ਜਦੋਂ ਇਸ ਤਰ੍ਹਾਂ ਦੇ ਮੁਜਰਮ ਟੰਗੋਗੇ ਨਾ, ਤੇ ਆਪੇ ਸਾਰਿਆਂ ਨੂੰ ਕੰਨ ਹੋ ਜਾਣਗੇ ਕਿ ਇਹ ਜੁਰਮ ਜਿਹੜਾ ਨਾ ਸਿਰਫ ਸੋਚਣਾ ਵੀ ਨਹੀਂ, ਸੋਚ 'ਚ ਆਵੇਗਾ ਵੀ ਨਾ ਤੇ ਇਹਨਾਂ ਦਾ ਰਿਮੂਵ ਹੋ ਜਾਏਗਾ। ਇਹਨਾਂ ਦੇ ਸੋਫਟਵੇਅਰ ਜਿਹੜੇ ਨਾ ਅਪਡੇਟ ਕਰੋ ਤਾਂ ਕਿ ਇਹਨਾਂ ਨੂੰ ਪਤਾ ਲੱਗੇ। ਇਹਨਾਂ ਦੀਆਂ ਖੱਲਾਂ ਲਾਓ, ਇਹਨਾਂ ਦੇ ਜਿਸਮਾਂ ਦੇ ਹਿੱਸੇ ਲਾਓ, ਜਿਹੜੀਆਂ ਚੀਜ਼ਾਂ ਇਹਨਾਂ ਨੂੰ ਨਹੀਂ ਟਿਕਣ ਦਿੰਦੀਆਂ ਉਹ ਇਹਨਾਂ ਦੀਆਂ ਅਲੱਗ ਕਰੋ, ਤਾਂ ਕਿ ਇਹਨਾਂ ਨੂੰ ਵੀ ਪਤਾ ਚੱਲੇ ਕਿ ਜਿਹੜੀ ਚੀਜ਼ ਨੇ ਇਹਨਾਂ ਨੂੰ ਤੰਗ ਕੀਤਾ ਸੀ ਨਾ, ਜਿਹੜਾ ਕੀੜਾ ਇਹਨਾਂ 'ਚ ਭੁੜਕਦਾ ਸੀ, ਉਹ ਇਹਨਾਂ ਦਾ ਕੱਢ ਦਿੱਤਾ ਹੋਵੇ। ਤੇ ਅੱਲਾਹ ਤਾਲਾ ਨੇਕੀ ਦੀ ਹਦਾਇਤ ਦੇਵੇ। ਇੱਕ ਗੱਲ ਕਿ ਇਨਸਾਨ ਗੁਨਾਹ ਕਰਨ ਲੱਗਿਆਂ ਦਾਏਂ ਬਾਏਂ ਵੇਂਦਾ ਵੇ, ਲੇਕਿਨ ਇੱਕ ਵਾਰੀ ਉੱਤੇ ਅਗਰ ਵੇਖ ਲਵੇ ਨਾ ਕਿ ਅੱਲਾ ਵੀ ਵੇਂਦਾ, ਤੇ ਉਹ ਬੜੀ ਹੱਦ ਤੱਕ ਜਿਹੜਾ ਨਾ ਬਾਜ਼ ਆ ਜਾਵੇ। ਅਸੀਂ ਬਾਜ਼ ਦਫਾ ਦੁਕਾਨਾਂ 'ਤੇ ਜਾਂਦੇ ਹਾਂ ਨਾ, ਤੇ ਅਸੀਂ ਵੇਖਦੇ ਹਾਂ ਨਾ ਕਿ ਕੈਮਰਾ ਲੱਗਾ ਹੈ, ਤੇ ਬੜਾ ਅਸੀਂ ਸੈੱਟ ਵੈੱਟ ਹੋ ਕੇ ਬਹਿ ਜਾਂਦੇ ਹਾਂ ਤਾਂ ਕਿ ਉਹ ਕੈਮਰੇ 'ਚ ਸਾਨੂੰ ਵੇਂਦਾ ਹੋਏਗਾ, ਸਾਡੀ ਕੋਈ ਐਸੀ ਮੂਵਮੈਂਟ ਨਾ ਯਾਨੀ ਕਿ ਵੇਖ ਲਵੇ ਜਾਂ ਕੋਈ ਐਸੀ ਗੱਲ ਨਾ ਵੇਖ ਲਵੇ। ਤੇ ਜਿਹੜੇ ਅੱਲਾ ਦੇ ਕੈਮਰੇ ਲੱਗੇ ਨੇ, ਤੇ ਜਿਹੜਾ ਅੱਲਾ ਵੇਖਦਾ ਪਿਆ ਸਾਨੂੰ ਹਰ ਟਾਈਮ, ਸਾਡੀ ਤਨਹਾਈ 'ਚ ਵੀ ਸਾਨੂੰ ਵੇਖ ਰਿਹਾ। ਸਰੇਆਮ ਤੇ ਵੇਖਦਾ ਹੀ ਹੈ, ਬਾਕੀ ਤਨਹਾਈਆਂ 'ਚ ਜਿੱਥੇ ਲੁਕ ਕੇ ਵੀ ਅਸੀਂ ਗੁਨਾਹ ਕਰਨੇ ਆ ਨਾ, ਉੱਥੇ ਤੱਕ ਵੀ ਅੱਲਾ ਵੇਖਦਾ ਵੀ ਸਾਨੂੰ। ਤੇ ਅੱਲਾ ਕੋਲੋਂ ਤੇ ਨਹੀਂ ਨਾ ਲੁਕ ਸਕਦੇ ਤੁਸੀਂ, ਦੁਨੀਆ ਕੋਲੋਂ ਲੁਕ ਜਾਓਗੇ ਗੁਨਾਹ ਕਰਕੇ ਤੇ ਇੱਧਰ ਉੱਧਰ ਛੁਪ ਜਾਓਗੇ, ਲੇਕਿਨ ਅੱਲਾ ਕੋਲੋਂ ਨਹੀਂ ਛੁੱਟਣ ਵਾਲੇ ਹੈਗੇ। ਅੱਲਾ ਇਹਨਾਂ ਵਰਗਿਆਂ ਦੀ ਦੁਨੀਆ ਵੀ ਖਰਾਬ ਕਰੇ, ਅੱਲਾ ਇਹਨਾਂ ਵਰਗਿਆਂ ਦੀ ਆਖਰਤ ਵੀ ਖਰਾਬ ਕਰੇ। ਜਿਹੜੇ ਕਿਸੇ ਦਾ ਘਰ ਖਰਾਬ ਕਰਦੇ ਨੇ ਨਾ, ਉਹਨਾਂ ਦੇ ਆਪਣੇ ਘਰ ਵੀ ਖਰਾਬ ਹੋ ਜਾਂਦੇ ਨੇ। ਤੇ ਕਦੀ ਸਕੂਨ 'ਚ ਨਹੀਂ ਪੈਂਦੇ ਉਹ ਲੋਕ ਜਿਹੜੇ ਕਿਸੇ ਨੂੰ ਬੇਸਕੂਨ ਕਰਦੇ ਨੇ। ਕਿਉਂਕਿ ਮੈਂ ਇੱਕ ਮਾਂ ਸਾਂ, ਮੇਰੇ ਦਿਲ 'ਚ ਜਿਹੜੀ ਆਵਾਜ਼ ਆਈ ਹੈ ਮੈਂ ਉਹ ਬੋਲੀ ਗਈ ਹਾਂ, ਤੇ ਮੇਰੀ ਇਸ ਆਵਾਜ਼ ਨੂੰ ਤੁਸੀਂ ਵੀ ਹਾਈਲਾਈਟ ਕਰੋ, ਉੱਥੋਂ ਤੱਕ ਪਹੁੰਚਾਓ, ਸ਼ੇਅਰ ਕਰੋ, ਤਾਂ ਕਿ ਕਿਸੇ ਨੂੰ ਜ਼ਰੂਰਤ ਨਾ ਹੋਵੇ ਅੱਗੋਂ ਇਹੋ ਜਿਹਾ ਜੁਰਮ ਕਰਨ ਦੀ, ਤਾਂ ਕਿ ਆਪਣੇ ਆਪ ਨੂੰ ਹਰ ਕੋਈ ਬੰਦਾ ਬਚਾ ਕੇ ਰੱਖੇ। ਤੇ ਇਹਨਾਂ ਫੁੱਲਾਂ ਨੂੰ ਖਿਲਣ ਦਿਓ। ਇਹਨਾਂ ਦੇ ਦਿਨ ਘਟਾਉਣ ਵਾਲੇ ਤੁਸੀਂ ਕੌਣ ਹੁੰਦੇ ਜੇ? ਮੇਰਾ ਅੱਲਾ ਹੈ ਵੇ ਨਾ, ਜ਼ਿੰਦਗੀ ਘਟਾਉਣ ਵਾਲਾ ਵੀ ਤੇ ਜ਼ਿੰਦਗੀ ਵਧਾਉਣ ਵਾਲਾ ਵੀ। ਅੱਲਾਹ ਤਾਲਾ ਤੁਹਾਡੇ ਖੈਰ ਕਰੇ। ਵੀਡੀਓ ਪੂਰੀ ਵੇਖੀ ਜੇ ਤੇ ਬੜੀ ਮਿਹਰਬਾਨੀ। ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਵੀਡੀਓ ਨੂੰ ਲਾਈਕ ਕਰਕੇ ਤੇ ਸ਼ੇਅਰ ਜ਼ਰੂਰ ਕਰਨਾ। ਇਹ ਹੀ ਤੁਹਾਡੇ ਵੱਲੋਂ ਮੈਨੂੰ ਇਨਾਮ ਮਿਲ ਜਾਏਗਾ ਕਿ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕੀਤਾ ਵੇ, ਕਿ ਜਿਹੜੀ ਮੇਰੀ ਆਵਾਜ਼ ਸਭ ਤੱਕ ਪਹੁੰਚ ਜਾਵੇ ਤੇ ਮੇਰਾ ਮੈਸੇਜ ਸਭ ਨੂੰ ਮਿਲ ਜਾਵੇ, ਤਾਂ ਕਿ ਹਾਕਮੇ ਵਕਤ ਇੱਕ ਅੱਛਾ ਇਨਸਾਫ ਕਰਕੇ ਤੇ ਆਪਣੀ ਦੁਨੀਆ ਵੀ ਅੱਛੀ ਕਰੇ ਤੇ ਆਪਣੀ ਆਖਰਤ ਵੀ ਅੱਛੀ ਕਰੇ। ਕਿਉਂਕਿ ਸਭ ਨੂੰ ਸਭ ਦੇ ਅਮਾਲ ਦਾ ਅਜਰ ਜ਼ਰੂਰ ਦਿੱਤਾ ਜਾਏਗਾ। ਅੱਲਾਹ ਤਾਲਾ ਸਾਨੂੰ ਨੇਕੀ ਦੀ ਹਦਾਇਤ ਦੇਵੇ ਤੇ ਸਾਡੇ ਨੇਕੀ ਦੇ ਕੰਮਾਂ ਦੇ ਵਿੱਚ ਅਜਰ ਸਵਾਬ ਦਾ ਮੁਸਤਹਿਕ ਕਰੇ ਸਾਨੂੰ। ਜਜ਼ਾਕ ਅੱਲਾਹ ਖੈਰ। ਅਸਲਾਮੁ ਅਲੈਕੁਮ ਵਰਹਿਮਤੁল্লাਹ।